ਗੁਰੂ ਸਾਹਿਬ ਜੀ ਹਮ ਅੰਧਲੇ ਅੰਧ ਬਿਖੈ ਬਿਖਰਤੇ ਕਿਉਂ ਚੱਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਗੁਰੂ ਸਾਹਿਬ ਤਾਂ ਪੱਲੇ ਨਾਲ ਲਾਉਂਦੇ ਨੇ। ਅਸਲ ਵਿੱਚ ਸਾਡਾ ਇਰਾਦਾ ਨਹੀਂ ਹੈ ਗੁਰੂ ਦੇ ਪੱਲੇ ਲੱਗਣ ਦਾ। ਐਸਾ ਨਹੀਂ ਹੈ ਕਿ ਗੁਰੂ ਸਾਹਿਬ ਸਾਨੂੰ ਆਪਣੇ ਪੱਲੇ ਨਾਲ ਨਹੀਂ ਲਾਉਣਾ ਚਾਹੁੰਦੇ, ਆਪਾਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਗੁਰੂ ਸਾਹਿਬ ਤੋਂ, ਕਿਉਂਕਿ ਅਸੀਂ ਸਮਾਜ ਦੀ ਪਰਵਾਹ ਜ਼ਿਆਦਾ ਕਰਦੇ ਹਾਂ, ਗੁਰੂ ਸਾਹਿਬ ਦੀ ਪਰਵਾਹ ਘੱਟ ਕਰਦੇ ਹਾਂ। ਸਾਨੂੰ ਦੁਨੀਆ ਨਾਲ ਜ਼ਿਆਦਾ ਫਰਕ ਪੈਂਦਾ, ਗੁਰੂ ਸਾਹਿਬ ਨਾਲ ਸਾਨੂੰ ਬਹੁਤਾ ਫਰਕ ਨਹੀਂ ਪੈਂਦਾ। ਕੋਸ਼ਿਸ਼ ਕਰੀਏ ਅਸੀਂ ਕਿਤੇ ਆਪਣੇ ਅੰਦਰ ਦਾ ਅੰਨਾਪਣ ਦੂਰ ਕਰ ਸਕੀਏ। ਅੱਖਾਂ ਤੋਂ ਅੰਨੇ ਨਹੀਂ ਆ ਅਸੀਂ। ਗੁਰੂ ਸਾਹਿਬ ਨੇ ਜਦੋਂ ਕਿਹਾ ਨਾ ਵੀ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦਿਸਦਾ ਨਹੀਂ ਹੈ। ਆਪਣੇ 'ਚ ਕੋਈ ਵੀ ਐਸਾ ਨਹੀਂ ਹੈ ਜਿਹਨੂੰ ਦਿਸਦਾ ਨਾ ਹੋਵੇ। ਅੱਖਾਂ ਤਾਂ ਕੰਮ ਕਰਦੀਆਂ ਨੇ ਸਾਡੀਆਂ, ਪਰ ਉਹ ਕਿਹੜਾ ਅੰਨਾਪਣ ਹੈ ਜਿਹੜਾ ਗੁਰੂ ਸਾਹਿਬ ਦੂਰ ਕਰਨਾ ਚਾਹੁੰਦੇ ਨੇ। ਉਸ ਬੰਨੇ ਨੂੰ ਧਿਆਨ ਤਾਂ ਹੀ ਜਾ ਸਕਦਾ ਜੇ ਤੁਸੀਂ ਬਾਣੀ ਨੂੰ ਵਿਚਾਰਨ ਵਾਲੇ ਬੰਨੇ ਤੁਰੋਗੇ। ਪਰ ਵਿਚਾਰਨ ਨੂੰ ਸਾਡਾ ਦਿਲ ਕਰਦਾ ਨਹੀਂ। ਅਸਲ 'ਚ ਅਸੀਂ ਸਿਰਫ ਤੇ ਸਿਰਫ ਰਸਮ ਨਿਭਾਉਣ ਨੂੰ ਅਹਿਮੀਅਤ ਦੇਣੀ ਚਾਹੁੰਦੇ ਹਾਂ। ਕੋਸ਼ਿਸ਼ ਕਰੀਏ ਅਸੀਂ ਵਿਚਾਰਨ ਵਾਲੇ ਬੰਨੇ ਤੁਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਅਧੀਨ ਸ਼ਬਦ ਹੈ, ਰਲ ਕੇ ਪਾਠ ਕਰਦੇ ਹਾਂ, ਉਪਰੰਤ ਵਿਚਾਰ ਕਰਾਂਗੇ ਸਾਰੇ ਰਲ ਮਿਲ ਕੇ। ਇਕਾਗਰਤਾ ਕਾਇਮ ਰੱਖਦੇ ਹਾਂ। ਥੋੜਾ ਜਿਹਾ ਸਮਾਂ ਗੁਰੂ ਦੀ ਬਾਣੀ ਨੂੰ ਵਿਚਾਰਨ ਵਾਲੇ ਬੰਨੇ ਦੇਈਏ। ਧੰਨ ਵਾਹਿਗੁਰੂ ਸਾਹਿਬ ਜੀ, ਗੌੜੀ ਕਬੀਰ ਜੀ। ਅਵਰ ਮੁਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪਨ ਜੀਜੈ। ਮੈਂ ਨਾ ਮਰੋ ਮਰਿਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਆ ਮਨ ਹਾਰਾ। ਮੈਂ ਨਾ ਮਰੋ ਮਰਿਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਆ ਮਨ ਹਾਰਾ। ਰਹਾਓ ਯਾ ਦੇਹੀ ਪਰਮਲ ਮਹਕੰਦਾ। ਅਸੀਂ ਇਸ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਦਾਰ ਚੀਜ਼ਾਂ ਨਾਲ ਮਹਿਕਾਉਣਾ ਚਾਹੁੰਦੇ ਹਾਂ। ਗੁਰੂ ਸਾਹਿਬ ਕਹਿੰਦੇ ਕਿ ਅਸਲ 'ਚ ਗੱਲ ਹੈ ਕਿ ਤੇਰੇ ਕਿਰਦਾਰ ਵਿੱਚ ਮਹਿਕ ਪੈਦਾ ਹੋਣੀ ਚਾਹੀਦੀ ਹੈ। ਯਾ ਦੇਹੀ ਪਰਮਲ ਮਹਕੰਦਾ, ਤਾਂ ਸੁਖ ਬਿਸਰੇ ਪਰਮਾਨੰਦਾ। ਕੋਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਪਰੈ ਮਤ ਹਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੋਟਾ ਨਾ ਪਨਿਹਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੋਟਾ ਨਾ ਪਨਿਹਾਰੀ। ਪਰਮ ਸਨਮਾਨਿਓ ਚੌਰ ਛਤਰ ਤਖਤ ਦੇ ਮਾਲਕ, ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ,
ਹਲਤ ਪਲਤ ਸਵਾਰ ਦੇਣਹਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਗੁਰੂ ਕੇ ਪਿਆਰੇ ਜਿੱਥੇ ਅਦਲ ਸਾਹਿਬ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਰੱਬੀ ਸਿਫਤ ਸਲਾਹ ਨਾਲ ਜੁੜ ਰਹੇ ਸਨ। ਆਓ ਚੰਦ ਘੜੀਆਂ ਸਾਹਿਬਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਵਿਚਾਰ ਦੌਰਾਨ ਜੋ ਸ਼ਾਮ ਦੇ ਦੀਵਾਨਾਂ ਵਿੱਚ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਵਿਚਾਰ ਰਹੇ ਹਾਂ ਤੇ ਭਗਤ ਕਬੀਰ ਜੀ ਦੀ ਬਾਣੀ ਵਿਚਾਰ ਅਧੀਨ ਹੈ, ਜਿਸ ਦਾ ਪਾਵਨ ਸ਼ਬਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੜ੍ਹੇ। ਬਾਬਾ ਕਬੀਰ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਹਿੰਦੇ, ਮੈਂ ਨਾ ਮਰੋ ਮਰਿਬੋ ਸੰਸਾਰਾ। ਇੱਕ ਦਾਅਵਾ ਕਬੀਰ ਜੀ ਕਰਦੇ ਵੀ ਸਾਰਾ ਸੰਸਾਰ ਮਰੇਗਾ ਪਰ ਮੈਂ ਨਹੀਂ ਮਰਨਾ। ਹੁਣ ਇਹ ਸ਼ਬਦ ਬਾਣੀ 'ਚ ਜਦੋਂ ਮਰਨਾ ਮੌਤ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਤੇ ਸਾਨੂੰ ਇੱਕੋ ਹੀ ਤਰ੍ਹਾਂ ਦੀ ਮੌਤ ਦਾ ਪਤਾ ਹੈ ਕਿ ਸਰੀਰ ਕਰਕੇ ਬੰਦਾ ਇਸ ਦੁਨੀਆ ਤੋਂ ਜਾਂਦਾ ਹੈ। ਗੁਰਮਤਿ ਨੇ ਕਿਹਾ ਵੀ ਸਰੀਰ ਕਰਕੇ ਮਰਨਾ ਐਡੀ ਵੱਡੀ ਗੱਲ ਨਹੀਂ ਹੁੰਦੀ, ਜ਼ਮੀਰਾਂ ਦਾ ਮਰ ਜਾਣਾ ਅਸਲ 'ਚ ਵੱਡੀ ਗੱਲ ਹੁੰਦੀ ਹੈ। ਸਰੀਰ ਕਰਕੇ ਬੰਦਾ ਮਰੇ ਐਡੀ ਵੱਡੀ ਗੱਲ ਨਹੀਂ। ਬਾਬੇ ਨੇ ਬਾਣੀ 'ਚ ਕਿਹਾ ਵੀ ਜੇ ਜੀਵੈ ਪਤ ਲੱਥੀ ਜਾਏ, ਜੇ ਤੁਹਾਡੀ ਇੱਜ਼ਤ, ਤੁਹਾਡਾ ਵਜੂਦ, ਤੁਹਾਡੀ ਹੋਂਦ ਨਾ ਰਹਿ ਜਾਏ, ਤੁਸੀਂ ਜੀ ਕੇ ਕੀ ਕਰਨਾ? ਜੀਣ ਖੁਣੋ ਕੀ ਥੁੜਿਆ ਹੁੰਦਾ ਬੰਦੇ ਦੇ। ਔਰ ਇਹ ਗੱਲ ਜਿੰਨਾ ਚਿਰ ਤੱਕ ਅਸੀਂ ਬਾਬੇ ਦੀ ਬਾਣੀ ਨੂੰ ਧਿਆਨ ਨਾਲ, ਮੇਰੇ ਤੋਂ ਪਹਿਲਾਂ ਹੁਣੇ ਹੀ ਸ਼ਬਦ ਗਾਇਨ ਕਰ ਰਹੇ ਸੀ ਗੁਰੂ ਕੇ ਸਵਾਰੇ, ਬੜਾ ਧਿਆਨ ਨਾਲ, ਬੜੇ ਪਿਆਰ ਨਾਲ ਤੁਸੀਂ ਜੇ ਸੁਣਿਆ ਹੋਵੇ। ਸ਼ਬਦ ਪੜ੍ਹ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਤੇ ਬੜੇ ਕੀਮਤੀ ਬੋਲ ਸਨ ਸ਼ਬਦ ਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਧੰਨ ਸੋ ਦੇਸ ਜਹਾਂ ਤੂੰ ਵਸਿਆ। ਉਹ ਦੇਸ਼ ਬੜਾ ਸੋਹਣਾ ਹੈ ਜਿੱਥੇ ਤੁਸੀਂ ਵਸਦੇ ਹੋ ਮਹਾਰਾਜ। ਉਹ ਕਿਹੜਾ ਦੇਸ਼ ਹੈ ਜਿੱਥੇ ਪ੍ਰਮਾਤਮਾ ਵਸਦਾ ਹੈ? ਇਹ ਖੋਜ ਤੇ ਹੁਣ ਸਾਨੂੰ ਕਰਨੀ ਪਏਗੀ ਨਾ, ਇਧਰ ਧਿਆਨ ਤੇ ਸਾਨੂੰ ਖੜਨਾ ਪਏਗਾ ਕਿ ਕਿਸੇ ਕੰਟਰੀ 'ਚ ਵਸਦਾ, ਉਹ ਕਿਸੇ ਦੇਸ਼ ਵਿੱਚ ਰਹਿੰਦਾ, ਕਿਸੇ ਸ਼ਹਿਰ ਵਿੱਚ ਰਹਿੰਦਾ, ਕੋਈ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਵਸਦਾ ਹੈ। ਔਰ ਜੇ ਇਹ ਗੱਲ ਬਾਣੀ 'ਚ ਮਹਾਰਾਜ ਨੇ ਲਿਖੀ ਹੈ ਵੀ ਉਹ ਥਾਂ ਪਵਿੱਤਰ ਹੈ, ਧੰਨ ਉਹ ਦੇਸ਼ ਹੈ ਜਿੱਥੇ ਪ੍ਰਮਾਤਮਾ ਰਹਿੰਦਾ, ਤਾਂ ਫਿਰ ਆਪਾਂ 550 ਸਾਲ ਤੋਂ ਇਸ ਬੰਨੇ ਧਿਆਨ ਕਿਉਂ ਨਹੀਂ ਦਿੱਤਾ ਵੀ ਉਹ ਰਹਿੰਦਾ ਕਿੱਥੇ ਹੈ, ਫਿਰ ਉਹ ਦੇਸ਼ ਕਿਹੜਾ ਹੈ? ਤੇ ਜੇ ਅਜੇ ਤੱਕ ਅਸੀਂ ਇਹ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਉਹ ਦੇਸ਼ ਕਿਹੜਾ, ਫਿਰ ਸ਼ਬਦ ਕਿੰਨੀ ਵਾਰ ਪੜ੍ਹਿਆ ਗਿਆ, ਇਹਦਾ ਮਤਲਬ ਕੀ ਹੈ? ਫਿਰ ਇਹਦਾ ਮਤਲਬ ਅਸੀਂ ਇੱਕ ਕੰਨ ਨਾਲ ਸੁਣਦੇ ਆ ਤੇ ਦੂਜੇ ਥਾਣੀ ਬਾਹਰ ਕੱਢ ਦਿੰਦੇ ਹਾਂ। ਇਹ ਨਹੀਂ ਕਿ ਮਹਾਰਾਜ ਨੇ ਗੱਲ ਕੰਪਲੀਟ ਨਹੀਂ ਕੀਤੀ, ਉਸੇ ਸ਼ਬਦ 'ਚ ਗੱਲ ਸਾਰੀ ਕੰਪਲੀਟ ਕੀਤੀ ਹੈ ਮਹਾਰਾਜ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਪਰਮਾਤਮਾ ਕਿਤੇ ਬਾਹਰ ਨਹੀਂ ਵਸਦਾ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ। ਮਨ ਮੰਦਰ ਵਿੱਚ ਹੀ ਰਹਿੰਦਾ, ਬਾਹਰ ਨਹੀਂ ਰਹਿੰਦਾ ਪਰਮਾਤਮਾ। ਹੁਣ ਸਾਨੂੰ ਆਪਣੇ ਆਪਣੇ ਮਨਾਂ 'ਚ ਇਹਦਾ ਮਤਲਬ ਹੈ ਝਾਤ ਮਾਰ ਕੇ ਵੇਖਣੀ ਪੈਗੀ। ਔਰ ਸਾਡਾ ਜ਼ੋਰ ਇਹ ਲੱਗਾ ਹੈ ਸਾਨੂੰ ਇਹ ਦੱਸਣ ਤੇ ਅਗਲੇ ਕਹਿ ਰਹੇ ਨੇ ਕਿ ਪਰਮਾਤਮਾ ਦਾ ਵੱਖਰਾ ਥਾਂ ਹੁੰਦਾ, ਉੱਥੇ ਪਰਮਾਤਮਾ ਰਹਿੰਦਾ, ਮਨਾਂ 'ਚ ਪਰਮਾਤਮਾ ਨਹੀਂ ਰਹਿੰਦਾ। ਤੁਸੀਂ ਵੇਖੋ ਸਿੱਖ ਕਮਿਊਨਿਟੀ ਜਿਹੜੀ ਹੈ ਸਾਡੀ ਵਿਚਾਰਧਾਰਾ ਜੇ ਅਸੀਂ ਕਿੱਦਾਂ ਮੰਨਦੇ ਆ? ਅਸੀਂ ਕਹਿੰਦੇ ਆ ਰੱਬ ਦਾ ਇੱਕ ਘਰ ਹੈ, ਉੱਥੇ ਰੱਬ ਵਸਦਾ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਵੀ ਰੱਬ ਤੇਰੇ ਅੰਦਰ ਵਸਦਾ ਹੈ। ਇਹਦਾ ਮਤਲਬ ਅਸੀਂ ਗੁਰੂ ਸਾਹਿਬ ਜੀ ਨਾਲ ਸਹਿਮਤ ਨਹੀਂ ਹਾਂ, ਸਾਡੀ ਰਾਏ ਗੁਰੂ ਸਾਹਿਬ ਜੀ ਨਾਲ ਨਹੀਂ ਰਲਦੀ। ਇਹਨੂੰ ਹੀ ਅੰਨਾਪਨ ਕਹਿੰਦੇ ਨੇ। ਹਮ ਅੰਧਲੇ ਅੰਧ ਵੇਖੇ ਵੇਖਰਾਤੇ, ਇਹਨੂੰ ਹੀ ਕਹਿੰਦੇ ਨੇ। ਮਹਾਰਾਜ ਕਹਿੰਦੇ ਤੂੰ ਅੰਨਾ, ਜਿੱਥੇ ਰੱਬ ਵਸਦਾ ਉੱਥੇ ਤੈਨੂੰ ਦਿਸਦਾ ਨਹੀਂ, ਜਿੱਥੇ ਹੈ ਨਹੀਂ ਉੱਥੇ ਤੂੰ ਲੱਭ ਰਿਹਾ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ। ਔਰ ਤਾਂ ਕਰਕੇ ਅਸੀਂ ਜਦੋਂ ਧਿਆਨ ਨਾਲ ਬਾਣੀ ਨੂੰ ਪੜਾਂਗੇ ਨਾ, ਜਦੋਂ ਮਰਨਾ ਸ਼ਬਦ ਬਾਣੀ ਵਿੱਚ ਆਉਂਦਾ ਤੇ ਸਰੀਰ ਕਰਕੇ ਮਰਨ ਦਾ ਜ਼ਿਕਰ ਆਉਂਦਾ, ਉਦੋਂ ਹੋਰ ਕਨਸੈਪਟ ਵਿੱਚ ਆਉਂਦਾ। ਜਦੋਂ ਜ਼ਮੀਰ ਕਰਕੇ ਮਰਨ ਦਾ ਜ਼ਿਕਰ ਆਉਂਦਾ ਤੇ ਉਦੋਂ ਹੋਰ ਸੰਦਰਭ ਵਿੱਚ ਆਉਂਦਾ। ਜਦੋਂ ਬੁਰਾਈਆਂ ਵਾਲੇ ਬੰਨੇ ਮਰਨਾ, ਇੱਕ ਬਾਣੀ 'ਚ 3 ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ। ਇੱਕ ਮੌਤ ਹੈ ਸਰੀਰ ਦਾ ਮਰਨਾ, ਜਿਹਨੂੰ ਬਾਬੇ ਨੇ ਕਿਹਾ ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜੋ ਪੈਦਾ ਹੋਇਆ ਉਹਨੇ ਮੁੱਕਣਾ। ਇੱਕ ਮੌਤ ਦਾ ਜ਼ਿਕਰ ਹੈ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਇੱਜ਼ਤ ਲਵਾ ਕੇ ਜੀਣ ਖੁਣੋ ਕੀ ਥੁੜਿਆ।
ये बंदे जमीर करके मरे होंगे। एक शब्द बाबे ने मौत संबंधी बाणी च वरत्या ते महाराज सच्चे पातशाह जी कहते शब्द मरो फिर जीवो सद ही। ਜਿਹਨੂੰ ਆਪਾਂ ਇਦਾਂ ਸਮਝਣਾ ਹੋਵੇ ਵੀ ਇੱਕ ਮੌਤ ਤੋਂ ਬਾਬੇ ਨੇ ਬਚਣ ਲਈ ਕਿਹਾ, ਇੱਕ ਮੌਤ ਬਾਰੇ ਬਾਬੇ ਨੇ ਕਿਹਾ ਵੀ ਦੁਨੀਆ ਦੀ ਕੋਈ ਤਾਕਤ ਨਹੀਂ ਬਚ ਸਕਦੀ, ਤੇ ਇੱਕ ਮੌਤ ਬਾਰੇ ਬਾਬੇ ਨੇ ਕਿਹਾ ਵੀ ਇਹ ਮੌਤ ਮਰਨਾ ਬਹੁਤ ਜ਼ਰੂਰੀ ਹੈ। ਯਾਨੀ ਕਿ ਤਿੰਨ ਵਿਸ਼ੇ ਨੇ ਬਾਣੀ ਵਿੱਚ। ਇੱਕ ਮੌਤ ਹੈ ਜਿਹਦੇ ਤੋਂ ਦੁਨੀਆ ਦਾ ਕੋਈ ਬੰਦਾ ਬਚ ਨਹੀਂ ਸਕਦਾ, ਇੱਕ ਮੌਤ ਹੈ ਜਿਹਦੇ ਤੋਂ ਮਹਾਰਾਜ ਕਹਿੰਦੇ ਵੀ ਕਿਤੇ ਇਸ ਮੌਤੇ ਨਾ ਮਰ ਜਾਈ, ਉਹ ਹੈ ਜ਼ਮੀਰ ਦਾ ਮਰ ਜਾਣਾ। एक मौत बारे महाराज कहते भी दुनिया का हर बंदा इस मौत पे मरना चाहिए, वो है शब्द मरो फिर जीवो सद ही तां फिर मरण ना होई। असी की कीता है, असी कदी बाणी को पढ़िया होवे, जिवें ज्ञानी जी मेरे तो पहला बेनती कर रहे थे कि असी तो सुनते ही नहीं, असी तो ध्यान ही नहीं दिंदे इस बंदे, साडा ध्यान इस बंदे थोड़ी होंदा है। असी तो रसम निभाउण वाली विचारधारा के मालक हाँ भी ड्यूटी निभ रही है, बस मत्था टेकिया जा रहा है, ड्यूटियां निभ रही हैं। और इसे लिए दिनों दिन सिख के किरदार विचों गुरु ग्रंथ साहब जी का सिद्धांत अलोप हो रहा। अज साडे किरदार विच नहीं, किदां दे किरदार साडे पुरखियां दे होणगे तुसीं अंदाजा ला के वेखो। मैं कल भी कहा सी भी नगर कीर्तन विच सानूं ऐ लग रहा सी भी असीं गुरु साहब जी नूं याद करन आए हैं, पर तुहानूं लगदा भी कोई गुरु नूं याद करन आया सी उत्थे? मैनूं तां नहीं लगदा सी भी गुरु नूं याद करन आया। अने गुरु भुलदा थोड़ी है, गुरु भुलण वाली तां वस्तु ही नहीं है ना, भुल किवें जाएगा। पर असीं सारे इस तरह की जिंदगी जीउण लग पए आ कि सानूं जिहड़ा याद कराउंदा असीं उहदे भी दुश्मन हो जांदे। साडी हालत इदां दी है, बाबे ने बड़े प्यारे शब्द वरते ने। महाराज सच्चे पातशाह जी कहते कि जिहड़ा बंदा असीं घर विच ना, वैसे तां समा बदल गया हो, कदी लोग घर विच कुत्ता रखदे सी घर दी राखी लई, वक्त हुंदा सी इक भी कुत्ता घर दी राखी लई रखदे सी। अजकल लोग बजुर्ग राखी लई रखदे ते कुत्ता गल्लां करन लई रखदे। बदल गया ना समा, अज बजुर्ग नहीं गल्लां करन लई रखदे, अजकल बजुर्ग राखी लई रखदे ने ते गल्लां कुत्तियां नाल करदे, क्योंकि एडवांस जो हो गया समा, टेक्नोलॉजी जो है, बंदा तरक्की जो कर गया। मैं बहुत सारे बंदियां नूं ऐसियां नूं जानदा, जो बहुत सारे दुनिया के लोग ऐसे वेखे ने जिहड़े बंदे अज बंदियां नाल गल्लां करन नाल उन्हां नूं चिड़ आउंदी है, खिज आउंदी है, और कुत्तियां नाल गल्लां कर लैंदे ने, पंछियां नाल गल्लां कर लैंदे ने, जानवरां नाल गल्लां कर लैंदे। कोई गल नहीं, गुनाह नहीं, पर मैं ये कहना भी तुहाडा दिल बंदियां नाल गल करन नूं क्यों नहीं करदा? सवाल ये नहीं भी तुसीं गल कीदे नाल, सवाल ये है कि असल गल बंदियां नाल। बाबे ने कहा जब तक दुनिया रही है नानक किश सुनिए किश कहिए, कुछ सुनना है तो कुछ कहना है। महाराज सच्चे पातशाह जी ने कहा कि ये तां ही हो सकता है जे कोई बंदा अपने अंदरों इस गल नाल सहमत हो जाए भी असीं अंदर झात मार के वेखणी। हौली हौली होया की है, गुरु की गल जदों साडे जीवन विचों अलोप हो गई ते गुरु की गल समझण वाले बंदे जदों असीं पासा वट बैठे ना, ते साडा बहुता हिस्सा जिहड़े कूकर सन साडे, जिन्हां ने होका देना सी कि भाई गुरु की गल सुणो, जिन्हां पहरेदारी करनी सी, इस गल दी राखी करनी सी, ਉਹ ਵੀ ਹੁਣ ਲੋਕਾਂ ਦੇ ਹਿਸਾਬ ਨਾਲ ਭੌਂਕਣ ਲੱਗ ਪਏ। ਜ਼ਰੂਰ ਧਿਆਨ ਨਾਲ ਨੁਕਤਾ ਸਮਝੋ ਜਿਹੜੀ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ। ਉਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਸਾਰੇ ਆਤਮਕ ਮੌਤੇ ਮਰੇ ਹੋਏ ਲੋਕ ਆ, ਲਾਸ਼ਾਂ ਫਿਰ ਰਹੇ ਹਾਂ, ਅਸੀਂ ਜਿਉਂਦੇ ਨਹੀਂ ਆ। ਜੇ ਜਿਉਂਦੇ ਹੁੰਦੇ ਇੱਕ ਵੀ ਸਿੱਖ ਜਿਉਂਦਾ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹ ਹਾਲਤ ਹੋ ਹੀ ਨਹੀਂ ਸਕਦੀ ਕਦੇ ਵਾਸਤੇ। ਕੋਈ ਸਵੀਕਾਰ ਕਰੇ ਭਾਵੇਂ ਨਾ करे, पर साडे बहुतियां लाशां फिर रही, डेड बॉडियां आ। इस करके साडे किरदारां विच ओह गल रही नहीं जिहड़े किरदारां विच महाराज गल पैदा करके गए। मैं जिहड़ी बेनती करन लगा सी, मैं ना मरो, महाराज बाबा कबीर जी कहते भी मेरी आत्मक मौत नहीं हुंदी, मैं विकारां विच नहीं मरदा, मैं बुराइयां विच नहीं फसदा। असीं किदण ध्यान दित्ता भी असीं बुराइयां च नहीं फसदे, असीं तां बार-बार फसदे हां बुराइयां विच। सवेर तो शाम तक पता नहीं कितनी बुराइयां साडे जीवन में जन्म लैंदियां। और
ਅਸੀਂ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਵੀ ਇੱਥੇ ਲੈ ਆਂਦਾ ਕਿ ਜੇ ਦੁਨੀਆ ਬੁਰਾਈਆਂ 'ਚ ਮਰ ਰਹੀ ਹੈ ਤੇ ਤੁਸੀਂ ਵੀ ਛੱਡ ਦਿਓ। ਬਹੁਤ ਸਾਰੇ ਬੰਦੇ ਵੀਰ ਭੈਣਾਂ ਸਾਨੂੰ ਇਦਾਂ ਦੇ ਮਿਲਦੇ ਨੇ, ਕਹਿੰਦੇ ਛੱਡੋ ਭਾਈ ਸਾਹਿਬ, ਲੋਕਾਂ ਨੇ ਕਿਹੜਾ ਸੁਣਨਾ ਹੁੰਦਾ, ਕਿਉਂਕਿ ਜੇ ਬਾਕੀ ਦੁਨੀਆ ਦੇ ਲੋਕ ਨਹੀਂ ਗੱਲ ਕਰਦੇ ਤਾਂ ਛੱਡ ਦੇਣੀ ਚਾਹੀਦੀ ਹੈ, ਸਾਨੂੰ ਹੁਣ ਲੋਕਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ। ਇਹ ਇਦਾਂ ਦੀ ਹਾਲਤ ਹੈ ਜਿਵੇਂ ਕੋਈ ਬੰਦਾ ਕੁੱਤੇ ਨੂੰ ਇਹ ਕਹਿ ਰਿਹਾ ਹੋਵੇ ਵੀ ਤੂੰ ਰਾਖੀ ਕਰਨੀ ਛੱਡ ਦੇ। ਸਮਝਿਓ ਧਿਆਨ ਨਾਲ ਨੁਕਤਾ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸਾਂ। ਅਸੀਂ ਘਰ ਵਿੱਚ ਕੁੱਕਰ ਰੱਖਦੇ ਸੀ, ਕੁੱਤਾ ਰੱਖਦੇ ਆ ਰਾਖੀ ਲਈ, ਤੇ ਮੰਨ ਲਓ ਸਾਨੂੰ ਆਈ ਹੋਵੇ ਗੂੜੀ ਨੀਂਦ, ਆਪਾਂ ਸੁੱਤੇ ਹੋਈਏ ਗੂੜੀ ਨੀਂਦ ਵਿੱਚ, ਤੇ ਕੁੱਤਾ ਉਸ ਵੇਲੇ ਭੌਂਕਣਾ ਸ਼ੁਰੂ ਕਰ ਦੇ, ਤੇ ਜਿਹੜਾ ਬੰਦਾ ਗੂੜੀ ਨੀਂਦ ਸੁੱਤਾ ਉਹਨੂੰ ਕੁੱਤੇ ਤੇ ਗੁੱਸਾ ਆਉਂਦਾ ਵੀ ਇਹ ਕਿਉਂ ਭੌਂਕਦਾ ਭਲਾ। ਅਸੀਂ ਤੇ ਆਰਾਮ ਨਾਲ ਸੁੱਤੇ ਆ, ਇਹਦੀ ਪਤਾ ਨਹੀਂ ਕੀ ਸਮੱਸਿਆ ਹੈ। ਔਰ ਉਸ ਕੁੱਤੇ ਦੇ ਖਿਲਾਫ ਅਗਲੇ ਬਹੁਤ ਸਾਰਾ ਪ੍ਰੋਪਗੈਂਡਾ ਸਿਰ ਤੇ ਲੈਂਦੇ ਨੇ ਫਿਰ ਵੀ ਇਹਨੂੰ ਭੌਂਕਣ, ਜਿਹੜਾ ਕੁੱਤਾ ਭੌਂਕ ਰਿਹਾ ਹੈ ਨਾ, ਇਹਨੇ ਸਾਡੀ ਨੀਂਦ ਉਡਾਈ ਹੋਈ। ਅਸੀਂ ਬਹੁਤੇ ਬੰਦੇ, ਮਾਫ ਕਰਿਓ ਉਦਾਹਰਣ ਨਹੀਂ ਹੈ, ਸਿਰਫ ਸਾਡੀ ਹਕੀਕਤ ਸੱਚਾਈ ਹੈ। ਜਿਹੜਾ ਬੰਦਾ ਗੁਰਬਾਣੀ ਦੀ ਗੱਲ ਕਰਨੀ ਚਾਹੁੰਦਾ, ਸਾਡਾ ਬਹੁਤਾ ਹਿੱਸਾ ਚਾਹੁੰਦਾ ਹੈ ਵੀ ਗੁਰਬਾਣੀ ਦੀ ਗੱਲ ਬੰਦ ਕਰ ਦਿਓ। ਸਾਨੂੰ ਇਹ ਦੱਸੋ ਵੀ ਪਾਠ ਕਿੰਨੇ ਕਰਾਉਣੇ ਨੇ, ਕਿੰਨੀ ਭੇਟਾ ਹੈ ਪਾਠ ਦੀ, ਲੜੀਆਂ ਕਿੰਨੀਆਂ ਲਵਾਉਣੀਆਂ, ਅਸੀਂ ਤਿਆਰ ਆ ਇਹਦੇ ਵਾਸਤੇ। ਸਾਨੂੰ ਇਹ ਦੱਸੋ ਮਹਾਰਾਜ ਦਾ ਸਰੂਪ ਇੱਕ ਗੱਡੀ 'ਚ ਰੱਖ ਕੇ ਗੇੜੇ ਕਿੰਨੇ ਦਵਾਉਣੇ ਨੇ, ਤਿਆਰ ਹਾਂ, ਅਸੀਂ ਰੈਡੀ ਹਾਂ ਇਹਦੇ ਵਾਸਤੇ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਵੀ ਸ਼ਬਦ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਬੜੇ ਭੈੜੇ ਲੱਗਦੇ, ਕਿਉਂਕਿ ਅਸੀਂ ਗੂੜੀ ਨੀਂਦ ਸੁੱਤੇ ਆ, ਤੁਸੀਂ ਸਾਨੂੰ ਜਗਾਉਣ ਦੀਆਂ ਗੱਲਾਂ ਕਰਦੇ ਹੋ। ਤੁਸੀਂ ਸਾਨੂੰ ਕਹਿੰਦੇ ਹੋ ਅੱਖਾਂ ਖੋਲੋ, ਵੇਖੋ ਆਲੇ ਦੁਆਲੇ ਕੀ ਵਾਪਰ ਰਿਹਾ। ਕਿਉਂ ਨਹੀਂ ਵੇਖਦੇ ਅਸੀਂ? ਜੇ ਰੱਬ ਸਾਡੇ ਅੰਦਰ ਵਸਦਾ ਹੈ, ਬਾਬੇ ਨੇ ਕਿਹਾ ਪ੍ਰਮਾਤਮਾ ਤੇਰੇ ਅੰਦਰ ਵਸਦਾ ਹੈ, ਜੇ ਪ੍ਰਮਾਤਮਾ ਅੰਦਰ ਵਸਦਾ ਹੈ ਤੇ ਗੁਰੂ ਸਾਹਿਬ ਨੇ ਇੱਕ ਸਵਾਲ ਹੋਰ ਕੀਤਾ ਬਾਬਾ ਕਬੀਰ ਜੀ ਨੇ ਬਾਣੀ ਦੇ ਅੰਦਰ, ਜਿਹੜੀ ਆਤਮਕ ਮੌਤ ਤੇ ਨਾ ਮਰਨ ਦੀ ਗੱਲ ਬਾਣੀ ਕਰਦੀ ਹੈ। ਬਾਬਾ ਕਬੀਰ ਜੀ ਕਹਿੰਦੇ ਰੋਜ਼ਾ ਤਾਂ ਹੈ, ਮਨਾਵੇਂ ਅੱਲਾ, ਬੱਲੇ ਹੋ ਚਲਾਕ ਬੰਦਿਆ, ਤੂੰ ਸਾਲ ਵਿੱਚ 11 ਮਹੀਨਿਆਂ ਨੂੰ ਪਾਸੇ ਛੱਡ ਕੇ ਨਾ 1 ਮਹੀਨੇ ਰੋਜ਼ੇ ਰੱਖ ਕੇ ਤੇ ਅੱਲਾ ਨੂੰ ਮਨਾਉਣਾ ਚਾਹੁੰਦਾ। ਤੂੰ ਕਹਿੰਦਾ ਵੀ ਰੋਟੀ ਛੱਡਣ ਨਾਲ ਅੱਲਾ ਖੁਸ਼ ਹੁੰਦਾ, ਕਿਉਂਕਿ ਇਸਲਾਮ ਮਤ ਦਾ ਮੰਨਣਾ ਵੀ ਜੇ ਬੰਦਾ ਸਾਲ ਵਿੱਚ 1 ਮਹੀਨਾ ਰੋਟੀ ਛੱਡ ਦੇ ਤੇ ਅੱਲਾਹ ਤਾਲਾ ਬਹੁਤ ਖੁਸ਼ ਹੁੰਦਾ ਹੈ। ਇਸਲਾਮ ਦੀ ਇਹ ਮਨੌਤ ਹੈ। ਮਹਾਰਾਜ ਕਹਿੰਦੇ ਰੋਜ਼ਾ ਧਰੈ ਮਨਾਵੇ ਅੱਲਾ, ਸਵਾਦਤ ਜੀ ਸੰਘਾਰੈ, ਆਪਾ ਦੇਖ ਅਵਰ ਨਹੀਂ ਦੇਖੇ, ਕਾਹੇ ਕੋ ਝੱਕ ਮਾਰੇ। ਹੁਣ ਝੱਕ ਮਾਰਨ ਦਾ ਮਤਲਬ ਤੁਸੀਂ ਸਮਝਦੇ ਹੋ? ਮਹਾਰਾਜ ਕਹਿੰਦੇ ਕਾਹਤੋਂ ਝੱਕਾ ਮਾਰਦੇ ਹੋ? ਫਿਰ ਤੁਸੀਂ ਆਪਣਾ ਆਪ ਤੇ ਵੇਖਦੇ ਹੀ ਨਹੀਂ। ਔਰ ਬਾਬਾ ਕਬੀਰ ਜੀ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿੰਦੇ ਕਾਜੀ ਸਾਹਿਬ ਏਕ ਤੋਹੀ ਮੈਂ। ਜਿਹੜੀ ਗੱਲ ਮੈਂ ਤੁਹਾਨੂੰ, ਰੱਬ ਸਾਡੇ ਅੰਦਰ ਵਸਦਾ, ਅਸੀਂ ਸਾਰੇ ਏਦਾਂ ਹੀ ਮੰਨਦੇ। ਬਾਣੀ ਨੇ ਕਿਹਾ ਪ੍ਰਮਾਤਮਾ ਸਾਰਿਆਂ 'ਚ ਵਸਦਾ ਹੈ, ਮਨ ਮੰਤਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਅੰਦਰਲੇ ਤੀਰਥ ਤੇ ਇਸ਼ਨਾਨ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਰੱਬ ਤੇਰੇ ਅੰਦਰ ਵਸਦਾ ਹੈ, ਜਿਹੜਾ ਸਵਾਲ ਉਸ ਵੇਲੇ ਦੇ ਕਾਜੀ ਨੂੰ ਬਾਬਾ ਕਬੀਰ ਜੀ ਕਰਦੇ ਨੇ, ਸਵਾਲ ਸਾਨੂੰ ਨਹੀਂ ਹੋਏਗਾ ਅੱਜ। ਸਾਹਿਬ ਏਕ ਤੂੰ ਹੀ ਮੈਂ, ਜੇ ਰੱਬ ਤੇਰੇ ਅੰਦਰ ਵਸਦਾ ਹੈ, ਤੇਰਾ ਸੋਚ ਵਿਚਾਰ ਨਾ ਦੇਖੇ, ਤੇਰੀ ਸੋਚ ਨਹੀਂ ਵੇਖਦਾ ਵੀ ਤੇਰੀ ਸੋਚ ਕਿੱਦਾਂ ਦੀ ਹੈ, ਤੇਰੇ ਅੰਦਰ ਦੇ ਵਿਚਾਰਾਂ ਨੂੰ ਚੈੱਕ ਨਹੀਂ ਕਰਦਾ ਪ੍ਰਮਾਤਮਾ। ਤੇ ਜੇ ਹਰ ਸਿੱਖ ਗੁਰੂ ਦੀ ਗੋਦ ਵਿੱਚ ਬਹਿ ਕੇ ਰੋਜ਼ ਆਪਣੀ ਸੋਚ ਵਿਚਾਰ ਤੇ ਚਰਚਾ ਕਰਨ ਲੱਗ ਪਏ, ਮੇਰੀ ਸੋਚ ਕਿੱਦਾਂ ਦੀ ਹੈ, ਮੈਂ ਕਿੱਦਾਂ ਸੋਚਦਾ ਗੱਲਾਂ ਨੂੰ, ਮੈਂ ਕਿਵੇਂ ਸਮਝਦਾ ਗੱਲਾਂ ਨੂੰ, ਤੇ ਬਹੁਤ ਸਾਰੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇਣ ਲੱਗ ਜਾਣਗੇ। ਪਰ ਸਾਡੀ ਕਹਾਣੀ ਉਲਟ ਹੈ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਤੇ ਪਹਿਰਾ ਦੇਣ ਦੀ ਗੱਲ ਕਰਦਾ, ਸਾਨੂੰ ਪਸੰਦ ਹੀ ਨਹੀਂ ਹੈ, ਸਾਨੂੰ ਬੜਾ ਭੈੜਾ ਲੱਗਦਾ। ਅਸੀਂ ਰੌਣਕ ਮੇਲੇ ਵਾਲੇ ਲੋਕ, ਸਾਨੂੰ ਚਾਹੀਦਾ ਰੰਗ ਤਮਾਸ਼ਾ, ਕਿ ਲੋਕ ਰੰਗ ਤਮਾਸ਼ਿਆਂ ਦੇ ਵਿੱਚ ਉਲਝੇ ਰਹਿਣ, ਅਸਲ ਗੱਲ ਵਾਲੇ ਬੰਨੇ ਕਿਸੇ ਦਾ ਵੀ ਧਿਆਨ ਨਾ ਜਾਵੇ। ਜਿਵੇਂ ਗਿਆਨੀ ਜੀ ਕਹਿੰਦੇ ਸੀ ਨਾ, ਹੱਥ ਵਿੱਚ ਝੰਡੇ ਲੈ ਕੇ। ਔਰ ਮੈਂ ਸਵੇਰੇ ਵੀ ਕਿਹਾ ਸੀ, ਸਵੇਰ ਵਾਲ ਦੀਵਾਨ ਦੇ ਵਿੱਚ ਵੀ ਜਿੰਨੇ ਪੱਤਰਕਾਰ ਵੀ ਨੇ ਨਾ ਸਾਰੇ, ਉਹ ਤੁਸੀਂ ਵੇਖੋ ਪੱਤਰਕਾਰ ਵਿਸਾਖੀ ਵਾਲੇ ਨਗਰ ਕੀਰਤਨ 'ਚ ਇਹ ਪੁੱਛ ਰਹੇ ਨੇ ਕਿ ਤੁਸੀਂ ਬਣਾਇਆ ਕੀ ਹੈ, ਤੁਸੀਂ ਖਾਧਾ ਕੀ ਹੈ, ਕਿੰਨੇ ਦਿਨਾਂ ਦਾ ਖਾ ਰਹੇ ਹੋ, ਕਿੰਨੇ ਦਿਨਾਂ ਤੱਕ ਖਾਣਾ ਹੈ। ਕਮਾਲ ਹੈ ਵੀ ਕੋਈ ਵਿਸਾਖੀ ਦੀ ਗੱਲ ਵੀ ਕਰ ਲੋ, ਕਾਹਦੇ ਸੰਬੰਧ 'ਚ ਨਗਰ ਕੀਰਤਨ ਹੈ, ਸਵਾਲ ਹੀ ਨਹੀਂ। ਕੀ ਹੋਇਆ ਸੀ ਇਸ ਦਿਨ, ਪਤਾ ਹੀ ਨਹੀਂ। ਔਰ ਜੇ ਇੱਕ ਵੀ ਜਗ੍ਹਾ ਤੇ ਬੰਦੇ ਏਦਾਂ ਪੁੱਛਣ ਲੱਗ ਜਾਣ ਵੀ ਅੱਜ ਦੇ ਦਿਨ ਗੁਰੂ ਸਾਹਿਬ ਜੀ ਨੇ ਕੀ ਕੀਤਾ ਸੀ, ਭਲਾ ਹੋਣਾ ਚਾਹੀਦਾ ਸੀ ਨਾ ਸਵਾਲ ਹੈ।
हर थां ते सवाल होता भी अज दे दिन कलगीधर पातशाह जी ने की दिता सी तुहानूं, काहदे करके सारा एडा वड्डा इवेंट काहदे लई होया है? पर सवाल ही नहीं है, किसी के जेहन में भी ये सवाल नहीं, क्योंकि असीं सारे अपनी अपनी गर्ज मुताबक अपनी, कोई खाण गया, कोई रौनक मेला वेखण गया, कोई इधर उधर सिर्फ रंग तमाशे वेखण गया। और जिन्ना मैं सुनिया ना अपने कन्नां नाल, मैं कल भी गया सी कि जे मैं स्टेज तो सुनाउण लगा तो तुहाडी भी रूह कंबड़ी है तो मेरी भी कंबड़ी है। जो कदे असीं अपने, क्योंकि हुण उत्थे जदों लोग गल्लां कर रहे उन्हां नूं थोड़ी पता हुंदा भी आ जिहड़ा बंदा साडे लागे खलोता है स्टेज ते बोलण वाला भी हो सकदा है। किन्ने अंदरों भैड़े आ असीं, किन्ने अंदरों असीं नीच आ, ते गल्लां असीं करदे आ गुरु साहब जी दे प्रकाश पुरब मनाउण दीआं, गुरु साहब जी दी विसाखी मनाउण दीआं। किहड़ा खालसे वाला किरदार है साडे अंदर? दसना की चाहुंदे आ असीं दुनिया, क्योंकि साडे किरदारां दी घाड़त घड़न दी गल चलदी नहीं। इस इहनूं बाबे ने कहा मैं ना मरो, मैं नहीं मरदा, सारी दुनिया मर जाए भावें। निक्कियां निक्कियां चीज़ां ते खाण पीण वालियां चीज़ां ते बंदे दी जान निकलदी है, एक दूजे दे पैर मिधदे फिरदे। हद है, ਇਹ ਤਾਂ नहीं सी सिक्खी का किरदार। हुण जदों मेरे वर्गा बंदा स्टेज तो सुणाउंदा कि 8-8 महीने के भुखण भाणे सिख ने रोटी के बदले ईमान नहीं छड्डिया, ते जदों अज वाले सिख नूं वेहदे होणगे अगले कहणगे भी ओही सिख ने जिहड़े 8 महीने भुखे रह सकदे ने। ते तुहाडे किरदार नूं चैक किवें करनगे लोग? तुहाडा फैसला किवें करनगे? और महाराज सच्चे पातशाह जी कहंदे की होया जे तेरा शरीर तुरिया फिरदा भाई, आत्मक मौते तां आपां मरे होए आ, लाशां आ, डैड बॉडीआं आ। असीं साडे किरदारां दे विचों गुरु साहब जी दा सिद्धांत तां ही नहीं झलक रिहा। जिन्ना कुछ असीं कह रहे हैं, जिन्ना कुछ असीं बोल रहे हैं, जिन्ना कुछ असीं दुनिया नूं सुणा रहे हैं, वो साडे ते झलकदा क्यों नहीं है? क्योंकि असीं सिर्फ कह रहे हैं, सुन रहे हैं, सुणा रहे हैं, अमल तां करदे ही नहीं, उहदे ते असीं ध्यान तां दिंदा ही नहीं उस बन्ने। महाराज सच्चे पातशाह जी ने कहा मैं ना मरो मरगो संसारा। बाबा कबीर जी ये गल तुहाडे वेले ठीक सी, अज दे वेले तां असीं भी संसार दा हिस्सा ही। दस दो जे संसार नालों भीड़ नालों अलग सिख सोचदा है, जिवें भीड़ सोचदी है उदां ही आपां सोचदे हैं। ते फिर साडे कोल एक तरीका है, लै फिर इन्ने लोग कमड़े थोड़ी हुंदे ने। साडी कसवटी वेखो की है, इन्ने लोग किते तुहानूं लगदा है ज्ञानी जी कमड़े ने? मेरे बाबे नानक नूं पुछ के वेखियो, बाबा नानक कहंदा हाँ इन्ने नहीं, सारा जग भी कमला हो सकदा है। बिन नामे जग, बोलो बिन नामे जग कमला फिर है। गुरु साहब तां कहंदे ने कमलियां दा समाज। गुरु के प्यारिओ, मेरे नौजवान वीरों, सोचना पैना तुहानूं काहदियां पहरेदारियां ने जे साडे सिरां ते दस्तारां ही ना रहीआं, साडे किरदार ही ना रहे, साडे कोल सिੱਖੀ ना रही, साडी बोली ना रही। और असीं बड़े अजीब ढंग दे मैनूं लगदा साडा वरतारा हो गया। असीं चीज़ां नूं समझण वाले बन्ने ध्यान ही नहीं देना चाहुंदे। मैं तां कल भी कहा सी कि जिन्ने बंदे झंडे चुक्की फिरदे ने ना, कल्ले कल्ले नूं पुछ के वेखो कि तुसीं खालसे कदों सजणे। पुछो तो सही कि तुसीं खालसे कदों सजणे? जदों तुसीं खालसे सज गए आपे ही खालसे दा राज आ जाना। फिर ते जे तुसीं खालसे ही ना रहे ते राज किहड़े खालसे दा होना है? किन्हां दे हत्थ फड़ाओगे झंडे? समस्या ते गल राज दी नहीं, गल तां इह भी तुहाडे कोल प्री प्लान कोई दिमाग विच आइडिया हैगा? तुहाडे कोल कोई प्लैनिंग हैगी है? कोई भी नहीं। गुरु बाबा और असी आत्मक मौते मरे हुए लोग हम, मन्ने कोई ना मन्ने। बाबे ने कहा सारा संसार मरदा, मैं नहीं मरदा, पर बाबा कबीर जी अज दे हालात के मुताबिक सारा संसार भी उही चलदा जिवें संसार बाकी काम करदा है। नहीं असी इन्हां गल्लां कौन समझदा इन्हां शब्दां नूं? कोई समझण लई राजी है? भावें तुसीं पंजाब देख लो, भावें तुसीं पंजाब तो बाहर देख लो, किते गल ये नहीं भी वेखो जी इकट्ठ किड्डा वड्डा है। इकट्ठ सिੱਖੀ ਹੁੰਦੀ है कदे? जे इकट्ठ के हिसाब नाल सिੱਖੀ नूं जज कर लग जाओगे तुसीं तां फिर सिੱਖੀ जज ही नहीं होनी कदे भी। भीड़ां कदी भी महान नहीं हुंदियां,
ਤੇ ਮਹਾਨ ਲੋਕਾਂ ਦੀਆਂ ਕਦੀ ਵੀ ਭੀੜਾਂ ਨਹੀਂ ਹੁੰਦੀਆਂ। ਜੇ ਭੀੜ ਦੀ ਮਹਾਨਤਾ ਗੁਰੂ ਨਾਲ ਜੋੜ ਕੇ ਵੇਖੋਗੇ ਤੇ ਇਹਨਾਂ ਸ਼ਬਦਾਂ ਨੂੰ ਕਿੱਥੇ ਰੱਖਣਾ। ਬਾਬੇ ਨੇ ਕਿਹਾ ਕਬੀਰ ਜੇ ਮਾਰਗ ਪੰਡਤ ਗਏ ਪਾਸੇ ਪਰੀ ਵਹੀਰ, ਇੱਕ ਔਗਟ ਘਾਟੀ ਰਾਮ ਕੀ ਤਹਿ ਚੜ ਰਹੋ ਕਬੀਰ। ਜੇ ਭੀੜ ਦੇ ਮਗਰ ਹੀ ਤੁਰਨਾ ਸੀ ਤੇ ਬਨਾਰਸ ਵਿੱਚ ਕੱਲਾ ਬਾਬਾ ਕਬੀਰ ਸੀ ਜਿਹੜਾ ਦੂਜੇ ਬੰਨੇ ਤੁਰਦਾ ਸੀ, ਬਾਕੀ ਸਾਰੀ ਭੀੜ ਤਾਂ ਉਧਰ ਨੂੰ ਤੁਰ ਰਹੀ ਹੈ। ਤੋ ਆਪਣੇ ਆਪਣੀ ਹੋਂਦ ਦੀ ਸੱਚੀ ਮੁੱਚੀ ਫਿਕਰ ਕਰਨਾ ਸਿੱਖੋ। ਖਾਲਸੇ ਦੇ ਕਿਰਦਾਰ ਨੂੰ ਆਪਣੇ ਜੀਵਨ 'ਚ ਪੈਦਾ ਕਰਕੇ ਵਿਖਾਓ। ਕਿਹੋ ਜਿਹਾ ਖਾਲਸਾ ਸੀ ਸਾਡਾ, ਕਿਸ ਤਰ੍ਹਾਂ ਦਾ ਸਾਡੇ ਬਾਬੇ ਨੇ ਅੰਦਰ ਦਾ ਕਿਰਦਾਰ ਘੜਿਆ ਸੀ ਸਾਡਾ। ਬਾਬੇ ਨਾਨਕ ਜੀ ਦੇ ਪਾਵਨ ਬੋਲਾਂ ਨੂੰ ਆਪਣੀ ਸੁਰਤ ਦਾ ਹਿੱਸਾ ਬਣਾਓ। ਮਨ ਮੰਦਰ ਤਨਵੇਸ਼ ਕਲੰਦਰ ਘਟ ਹੀ ਤੀਰਥ ਨਾਮਾ। ਰੋਜ਼ ਆਪਣੇ ਮਨ ਮੰਦਰ ਦੇ ਅੰਦਰ ਇਸ਼ਨਾਨ ਕਰਕੇ ਵੇਖਿਆ ਕਰੋ। ਕੌਣ ਨਹਾਉਣਾ ਚਾਹੁੰਦਾ ਮਨ ਮੰਦਰ ਵਿੱਚ ਰੋਜ਼? ਅਸੀਂ ਤਾਂ ਇਸ਼ਨਾਨ ਹੀ ਨਹੀਂ ਕਰਨਾ ਚਾਹੁੰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੋ ਮੋਹ ਮਿਲਿਓ ਹੈ ਜਿਆ ਮਨਾਰਾ। ਮੈਂ ਕਿਉਂ ਨਹੀਂ ਮਰਦਾ? ਕਿਉਂਕਿ ਹੁਣ ਮੈਨੂੰ ਅਸਲ 'ਚ ਜੀਵਨ ਦੀ ਜਾਂਚ ਸਿਖਾਉਣ ਵਾਲਾ ਮਿਲ ਗਿਆ। ਉਹ ਕੌਣ ਹੈ? ਗੁਰੂ। ਉਹ ਕੌਣ ਹੈ? ਸ਼ਬਦ। ਉਹ ਕੌਣ ਹੈ? ਸ਼ਬਦ ਦੀ ਸਿੱਖਿਆ ਜਿਹੜੀ ਅਸੀਂ ਪੱਲੇ ਨਹੀਂ ਬੰਨਣਾ ਚਾਹੁੰਦੇ। ਔਰ ਤੁਸੀਂ ਧਿਆਨ ਨਾਲ ਵੇਖੋ, ਮੈਂ ਹੈਰਾਨ ਸਾਂ ਜੇ ਤੁਹਾਡੇ 'ਚ ਜਿਨ੍ਹਾਂ ਨੇ ਵੇਖਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਨਾਲ ਕਿੰਨੇ ਕੁ ਜਣੇ ਸੀ ਭਲਾ? ਨੋਟ ਕੀਤਾ ਤੁਸੀਂ? ਧਿਆਨ ਨਾਲ ਵੇਖਿਆ? ਪਾਲਕੀ ਨਾਲ ਤਾਂ ਕੋਈ ਵੀ ਨਹੀਂ ਸੀ। ਜੇ ਸੀ ਤਾਂ ਦੱਸ ਦਿਓ ਸੰਬੰਧ ਕੀ ਹੈ ਸਾਡਾ ਉਹਦੇ ਨਾਲ? ਕਿਉਂਕਿ ਅਸੀਂ ਭੀੜ ਦਾ ਹਿੱਸਾ ਨਹੀਂ। ਮੈਂ ਨਹੀਂ ਕਹਿੰਦਾ ਵੀ, ਮੇਰਾ ਮਤਲਬ ਇਹ ਨਹੀਂ ਵੀ ਨਗਰ ਕੀਰਤਨ ਕਿਉਂ ਕੱਢਿਆ। ਆਪਾਂ ਆਉਣ ਵਾਲੇ ਸਮੇਂ 'ਚ ਇਹਦੇ ਤੇ ਵੀ ਚਰਚਾ ਕਰਾਂਗੇ ਵੀ ਅਸਲ 'ਚ ਨਗਰ ਕੀਰਤਨ ਦਾ ਸ਼ੁਰੂਆਤ ਕਿੱਥੋਂ ਹੋਈ, ਇਹਦਾ ਜਨਮ ਕਿਵੇਂ ਹੋਇਆ, ਇਹ ਚੀਜ਼ਾਂ ਪੈਦਾ ਕਿਵੇਂ ਹੋਈਆਂ ਕੌਮ ਵਿੱਚ। ਵੱਡੀਆਂ ਵੱਡੀਆਂ ਸਮੱਸਿਆਵਾਂ ਕੌਮ ਤੇ ਆਈਆਂ ਨੇ, ਪਰ ਉਹਨਾਂ ਸਮੱਸਿਆਵਾਂ ਦੇ ਹੱਲ ਕੱਢੇ ਨੇ ਗੁਰੂ ਕੇ ਪਿਆਰਿਆਂ ਨੇ। ਹੱਲ ਅਸੀਂ ਕੋਈ ਨਹੀਂ ਕੱਢਣਾ, ਬਸ ਲਾਲਾ ਹੈ ਜਿੰਨੀ ਕਰ ਲੋ ਕਰੀ ਜਾਣੀ ਹੈ। ਮੈਨੂੰ ਪਤਾ ਕਈਆਂ ਨੂੰ ਇਹ ਗੱਲਾਂ ਬੜੀਆਂ ਭੈੜੀਆਂ ਲੱਗਦੀਆਂ ਨੇ, ਕਿਉਂਕਿ ਜਦੋਂ ਆਪਾਂ ਸੁੱਤੇ ਹੋਈਏ ਤੇ ਜਗਾਉਣ ਵਾਲਾ ਚੰਗਾ ਨਹੀਂ ਨਾ ਲੱਗਦਾ ਹੁੰਦਾ। ਜਦੋਂ ਆਪਾਂ ਗੂੜੀ ਨੀਂਦ ਸੁੱਤੇ ਹੁੰਦੇ ਨਾ ਸਵੇਰੇ ਸਵੇਰ, ਤੇ ਜਿਹੜਾ ਬੰਦਾ ਆਣ ਕੇ ਠਾਉਂਦਾ ਹੈ ਨਾ, ਸਭ ਤੋਂ ਭੈੜਾ ਲੱਗਦਾ ਵੀ ਇਹ ਮੈਨੂੰ ਸੌਣ ਕਿਉਂ ਨਹੀਂ ਦਿੰਦਾ। ਅਸੀਂ ਚਾਹੁੰਦੇ ਹਾਂ ਵੀ ਸੁੱਤੇ ਰਹੀਏ। ਖੈਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਜਿਉਣ ਵਾਲਾ ਮਿਲ ਗਿਆ। ਤੇ ਬਾਬਾ ਕਬੀਰ ਜੀ ਕਹਿੰਦੇ ਅਵਰ ਮੋਏ ਕਿਆ ਸੋ ਕਰੀਜੈ ਤੋ ਕੀਜੈ ਜੋ ਆਪਨ ਜੀਜੈ। ਅਸੀਂ ਕਹਿੰਦੇ ਦੁਨੀਆ ਐ ਕਰਦੀ ਹੈ, ਸਿੱਖ ਕਿਵੇਂ ਕਰਦੇ ਨੇ ਇਹ ਦੱਸੋ। ਸਵਾਲ ਇਹ ਨਹੀਂ। ਮਹਾਰਾਜ ਕਹਿੰਦੇ ਦੂਜਿਆਂ ਦਾ ਤਾਂ ਬਹੁਤ ਦੱਸਦੇ ਹੋ ਤੁਸੀਂ ਕਿ ਕਰਮਕਾਂਡੀ ਨੇ ਜੀ ਇਹ ਐ ਕਰਦੇ ਨੇ। ਸਿੱਖ ਨੇ ਕਰਮਕਾਂਡ ਦੀ ਵਿਆਖਿਆ ਕਰਨੀ ਹੋਵੇ ਤਾਂ ਸਾਰਾ ਬ੍ਰਾਹਮਣਿਜ਼ਮ ਸਾਨੂੰ ਦਿਸੀ ਜਾਂਦਾ ਵੀ ਬ੍ਰਾਹਮਣ ਐ ਕਰਦੇ ਨੇ, ਹਿੰਦੂ ਐ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਘਰ ਕਹਿੰਦਾ ਬਾਕੀਆਂ ਨੂੰ ਛੱਡ ਤੂੰ ਆਪਣਾ ਦੱਸ ਤੂੰ ਕੀ ਕਰਦਾ। ਜਦੋਂ ਮਹਾਰਾਜ ਨੂੰ ਸਵਾਲ ਕੀਤਾ ਸੀ ਉਸ ਵੇਲੇ ਕਾਜ਼ੀਆਂ ਨੇ, ਬਾਬੇ ਨਾਨਕ ਨੇ ਕੀ ਕਿਹਾ ਸੀ? ਉਹ ਕਹਿੰਦੇ ਬਾਬਾ ਦੱਸ ਸਾਨੂੰ ਵੀ ਕਿਹੜਾ ਇਹਨਾਂ ਚੋਂ ਚੰਗਾ ਹੈ ਤੇ ਕਿਹੜਾ ਇਹਨਾਂ ਚੋਂ ਮਾੜਾ। ਬਾਬੇ ਨੇ ਕਿਹਾ ਸ਼ੁਭ ਅਮਲਾ ਬਾਜੋ ਦੋਨੋਂ ਰੋਈ, ਕੋਈ ਇੱਕ ਚੰਗਾ ਨਹੀਂ ਕੋਈ ਇੱਕ ਮਾੜਾ ਨਹੀਂ। ਸਵਾਲ ਸਾਡੇ ਤੇ ਵੀ ਤੇ ਉਨਾ ਹੀ ਖੜਾ ਹੈ ਨਾ। ਫਿਰ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅਵਰ ਮੋਏ ਕਿਆ ਸੋ ਕਰੀਜੈ ਤੋ ਕੀਜੈ ਜੋ ਆਪਨ ਜੀਜੈ। ਸਰੀਰ ਦੇ ਮਰਨ ਦਾ ਜ਼ਿਕਰ ਨਹੀਂ ਚੱਲ ਰਿਹਾ। ਬੁਰਾਈਆਂ ਵਿੱਚ ਫਸੇ ਹੋਏ, ਵਿਕਾਰਾਂ ਵਿੱਚ ਮਰੇ ਹੋਏ ਬੰਦੇ ਦਾ ਜ਼ਿਕਰ ਚੱਲ ਰਿਹਾ। ਸਰੀਰ ਦੇ ਮਰਨ ਦੀ ਗੱਲ ਨਹੀਂ ਚੱਲ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੋ ਕੀਜੈ ਜੋ ਆਪਨ ਜੀਜੈ। ਤੂੰ ਤਾਂ ਆਪ ਵੀ ਨਹੀਂ ਜੀਂਦਾ ਭਰਾ, ਤੂੰ ਤੇ ਆਪ ਵੀ ਮਰਿਆ ਹੀ, ਤੂੰ ਤੇ ਆਪ ਵੀ ਡੈਡ ਹੈ ਤੇ ਦੁਨੀਆ ਦੀਆਂ ਤੂੰ ਗੱਲਾਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਸ਼ਬਦ ਵਰਤਦੇ ਕਹਿੰਦੇ ਇਆ ਦੇਹੀ ਪਰਮਲ ਮਹਕੰਦਾ। ਡੈਡ ਬੰਦਾ ਜਿਹੜਾ ਸਿਰਫ ਤੇ ਸਿਰਫ ਇਸ ਸਰੀਰ ਨੂੰ ਪਾਲਣ ਤੇ ਲੱਗਾ ਹੋਇਆ। ਔਰ ਮੈਂ ਹੈਰਾਨ ਆ, ਪਤਾ ਨਹੀਂ ਕਿੰਨਾ ਖਾਂਦੇ ਨੇ ਸਿੱਖ ਵੀ। ਸੱਚੀ ਹੈਰਾਨ ਹੋ ਜਾਏਗਾ ਕਈ ਵਾਰ, ਰੱਜਦੇ ਹੀ ਨਹੀਂ। ਔਰ ਮੈਨੂੰ ਲੱਗਦਾ ਵੀ 15-20 ਦਿਨ ਵੀ ਖਵਾਈ ਜਾਓ ਤਾਂ ਇਹਨਾਂ ਨੂੰ ਤਾਂ ਵੀ ਨਹੀਂ ਰੱਜਣਾ। ਇਹਨਾਂ ਨੇ 50 ਦਿਨ ਵੀ ਲਾ ਦੋ, ਰੱਜਣੇ ਨਹੀਂ ਕਦੇ ਰੱਜੇ ਅਜੇ ਤੱਕ। ਔਰ ਜਿੱਥੇ ਕਿਤੇ ਵੇਖ ਲੋ ਬੰਦਾ ਖਾਣ ਲਈ ਤਾਂ ਇੰਨਾ ਕਾਹਲਾ ਹੈ ਨਾ,
गुरु साहब बहुत उच्चा चुके सिख नूं खाण तो। गल ये होती है भी असल दुनिया इस बन्ने तुरती, सिख नहीं सी तुरना चाहिए, पर असीं सारे ही फसदे हैं उहदे, क्योंकि समाज का हिस्सा है। असीं गुरु नानक के घर का हिस्सा ही नहीं बन पाए अजे तक। गरीब निवास सच्चे पातशाह जी कहते, या देही परमल महकंदा तां सुख बिसरे परमानंदा। असल च तेरी जिंदगी के सुख तां गवाचे ने क्योंकि सिर्फ खाण ते ध्यान दिता। बाणी च लिखी है गल, मैं अपने कोलों नहीं कहता, अंग नोट कर लियो, 325 नंबर अंक ते शब्द है। किसी बंदे की इन्नी औकात नहीं कि तुहाडे सामने अपने कोलों कोई गल कर जाए। महाराज सच्चे पातशाह जी फिर शब्द वरतदे, कहते कोटा एक पंच पनिहारी। खूह एक है ते 5 बंदे ने भरन ते लाए हुए, पानी भरन वाले। खूह एक है, हुण खूह किहड़ा है? ये ढिड शरीर ते भरन वाले किहड़े ने? ज्ञान अंदर, कर्म अंदर। ना इहदी अखां रजदियां ने, ना इहदी जुबान रजदी है, ना इहदे कंन रजदे ने। अज दी प्रेजेंट विच गल चल रही है, मौजूदा दौर विच गल चल रही है। ये 350 साल पुरानी गल नहीं है। उदों तां रजात ते बाबे ने, जेड़े जेड़े बाबे नाल जुड़ के रज गए हो। गल यह है कि अज वाले भुखे क्यों ने? क्योंकि मर रहे ने, इन्हां नूं जीना नहीं आया। महाराज सच्चे पातशाह जी कहते, टूटी लाज भरे मत हारी। मेरी औगणा में फसी हुई लज हुण टुट गई है, मैं तोड़ दी है। ते की होया है हुण? महाराज सच्चे पातशाह जी फिर अखीर ते कहते, कौम कबीर एक बुद्ध विचारी। कबीर जी कहते ने, एक गल मैं गुरु की गोद विच बह के विचार लई, ना वो कोटा, ना वो लालची ढिड रह गया, ना वो लालची सुभाਅ रह गया, ना पनिहारी ते ना 5 विकार पानी भरन वाले रह गए ने। हुण 7 संतोख ले लड़ने लगा, तोरे दोए दरवाजा। ये लोभ के दरवाजे में गुरु ज्ञान लैके तोड़ देते हैं। बाबा मेहर करे साडे जीवन में किते 7 संतोख पैदा हो सके, असीं दुनिया के लोगों को दस सकीए भी सिख बाबे ने किदां दा तैयार किया सी। सबना दा धन्नवाद। भुलां चुका मेरियां शुक्र मालक दा करदे गज के फतेह बुलाओ। आखो जी वाहिगुरू जी का खालसा, वाहिगुरू जी की फतेह।